ਜੀ ਆਇਆਂ ਨੂੰ ਖੁਸ਼ਾਮਦੀਦ। ਕਿਸਾਨ ਵੀਰੋ, ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2 ਲੈ ਹਾਜ਼ਰ ਹਾਂ ਮੈਂ। ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕੀਤੀ ਜਾਂ WhatsApp ਕੀਤਾ। ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇ। ਤੇ ਅੱਜ ਦਾ ਸਾਡਾ ਵਿਸ਼ਾ ਹੈ ਅਸੀਸ ਫੀਡ, ਬਿਹਤਰ ਦੁੱਧ, ਬਿਹਤਰ ਸਵਾਸਥ ਸਾਲੋ ਸਾਲ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਨੇ ਡਾਕਟਰ ਸੁਮਿਤ ਸਿੰਘ। ਡਾਕਟਰ ਸਾਹਿਬ ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਨਿਖਿਲ ਜੀ। ਅੱਛਾ ਡਾਕਟਰ ਸਾਹਿਬ, ਪਹਿਲੇ ਤਾਂ ਬਹੁਤ ਹੀ ਕੈਚੀ ਜਿਹਨੂੰ ਕਹਾਂਗਾ ਟੈਗਲਾਈਨ ਹੈ ਅਸੀਸ ਫੀਡ, ਬਿਹਤਰ ਦੁੱਧ, ਬਿਹਤਰ ਸਵਾਸਥ ਸਾਲੋ ਸਾਲ। ਪਰ ਜੇ ਡਿਟੇਲ 'ਚ ਜਾਣਨਾ ਚਾਹੀਏ ਤੁਹਾਡੇ ਤੋਂ, ਇਹ ਸੰਭਵ ਕਿਵੇਂ? ਹਾਂਜੀ, ਪਹਿਲੇ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਇਹਨੂੰ ਥੋੜ੍ਹਾ ਜਿਹਾ ਸਮਝਣ ਲਈ ਮੈਂ ਥੋੜ੍ਹਾ ਜਿਹਾ ਪਹਿਲੇ ਪਿੱਛੇ ਜਾਣਾ ਚਾਹੂੰਗਾ ਕਿ ਪਹਿਲੇ ਕੀ ਹੁੰਦਾ ਸੀ, ਘਰਾਂ 'ਚ ਆਪਾਂ 1-2 ਪਸ਼ੂ ਰੱਖਦੇ ਸੀ ਅਤੇ ਕੀ ਹੁੰਦਾ ਸੀ, ਘਰ ਦਾ ਦਾਣਾ ਹੁੰਦਾ ਸੀ, ਮੱਕੀ ਹੋ ਗਈ, ਕਣਕ ਹੋ ਗਈ, ਉਹ ਦਲਾ ਕੇ ਜਾਂ ਆਪਣੇ ਘਰ ਦੀ ਸਰੋਂ ਹੁੰਦੀ ਸੀ, ਤੇਲ ਕਢਾ ਕੇ ਖਲ ਵਗੈਰਾ ਪਾ ਕੇ ਅਸੀਂ ਇੱਕ ਝਟਕੇ ਸੌਦੇ ਨਾਲ ਆਪਣੇ ਜਿਹੜਾ ਦਾਣਾ ਆਪਣੇ ਪਸ਼ੂ ਨੂੰ ਦਿੰਦੇ ਸੀ। ਪਰ ਜਿਹੜਾ ਅੱਜ ਦਾ ਸਮਾਂ ਹੈ, ਉਹ ਆਪਾਂ ਕਹਿੰਦੇ ਕਿ ਟੈਕਨੋਲੋਜੀ ਦਾ, ਸਾਇੰਸ ਦਾ ਸਮਾਂ। ਉਸੇ ਤਰ੍ਹਾਂ ਆਪਣੀ ਜਿਹੜੀ ਡੇਅਰੀ ਫਾਰਮਿੰਗ ਵੀ ਹੈ, ਉਹ ਵੀ ਜਿਹੜੀ ਆ ਹੋਰ ਆਧੁਨਿਕ ਹੋ ਰਹੀ ਹੈ। ਇਸ ਕਰਕੇ ਇਹ ਜਿਹੜੀ ਫੀਡ ਫਾਰਮੂਲੇਸ਼ਨਸ ਹੈ ਜਾਂ ਫੀਡ ਹੈ, ਉਹ ਇੱਕ ਬਹੁਤ ਹੀ ਤਕਨੀਕੀ ਕੰਮ ਹੋ ਗਿਆ। ਜਿਹੜੀ ਇੱਕ ਫੀਡ ਪਸ਼ੂਆਂ ਲਈ ਬਣਾਈ ਜਾਂਦੀ ਹੈ, ਉਹ ਉਹਦੀ ਜ਼ਰੂਰਤ ਦੇ ਅਨੁਸਾਰ, ਤਾਂ ਕਿ ਉਹ ਚੰਗਾ ਦੁੱਧ ਦੇ ਸਕੇ ਅਤੇ ਉਹਦਾ ਜਿਹੜਾ ਹੈਲਥ ਹੈ ਜਾਂ ਉਹਦੀ ਜਿਹੜੀ ਤੰਦਰੁਸਤੀ ਹੈ ਉਹ ਵੀ ਬਣੀ ਰਹੇ। ਇਸੇ ਨਾਲ ਜੁੜਿਆ ਹੋਇਆ ਸਾਡਾ ਜਿਹੜਾ ਨਾਅਰਾ ਜਾਂ ਸਲੋਗਨ ਹੈ ਕਿ ਅਸੀਸ ਫੀਡ, ਬਿਹਤਰ ਦੁੱਧ, ਬਿਹਤਰ ਸਵਾਸਥ ਸਾਲੋ ਸਾਲ। ਮਤਲਬ ਕੀ ਹੈ ਕਿ ਆਪਾਂ ਨੂੰ ਦੁੱਧ ਵੀ ਚੰਗਾ ਮਿਲੇ, ਪਸ਼ੂ ਵੀ ਖੁਸ਼ਹਾਲ ਅਤੇ ਚੰਗਾ ਰਹੇ, ਅਤੇ ਹਰ ਸਾਲ ਇੱਕ ਸੂਆ ਜਿਹੜਾ ਪਸ਼ੂ ਸਾਨੂੰ ਦਵੇ, ਤਾਂ ਕਿ ਹਰ ਸਾਲ ਅਸੀਂ ਉਸ ਪਸ਼ੂ ਤੋਂ ਉਨਾ ਹੀ ਦੁੱਧ ਲੈ ਸਕੀਏ। ਅਸੀਂ ਕਹਿੰਦੇ ਹਾਂ ਕਿ ਇਹ ਡੇਅਰਿੰਗ ਫਾਰਮਿੰਗ ਉਦੋਂ ਤੱਕ ਸਕਸੈਸਫੁਲ ਨਹੀਂ ਹੈ ਜਦ ਤੱਕ ਅਸੀਂ ਹਰ ਸਾਲ ਪਸ਼ੂ ਤੋਂ ਇੱਕ ਸੂਆ ਨਹੀਂ ਲੈਂਦੇ। ਕਿ ਅਗਰ ਆਪਾਂ ਹਰ ਸਾਲ ਇੱਕ ਸੂਆ ਨਹੀਂ ਲੈ ਰਹੇ, ਮਤਲਬ ਕਿਤੇ ਨਾ ਕਿਤੇ ਆਪਣੀ ਘਾਟ ਹੋ ਰਹੀ ਹੈ, ਕਿਤੇ ਨਾ ਕਿਤੇ ਆਪਾਂ ਚੂਕ ਕਰ ਰਹੇ ਹਾਂ, ਤਾਂ ਕਿ ਪਸ਼ੂ ਜਿਹੜਾ ਹਰ ਵਾਰ ਸੂਆ ਨਹੀਂ ਦੇ ਰਿਹਾ। ਤੁਸੀਂ ਕਿਹਾ ਕਿ ਕਿਵੇਂ ਸੰਭਵ ਹੋ ਸਕਦਾ? ਸੰਭਵ ਉਹ ਅਸੀਂ ਜਦੋਂ ਤੋਂ ਸਟਾਰਟ ਹੋਈ ਹੈ, ਆਪਾਂ ਉਹ ਇੱਕ ਪ੍ਰੋਸੈਸ ਫੋਲੋ ਕਰ ਰਹੇ ਹਾਂ, ਜਿਹੜੀ ਕਿ ਫੀਡ ਬਣਾਉਣ ਵੇਲੇ ਜਿਹੜੀ ਆਪਣਾ ਦੇਖਣਾ ਬਹੁਤ ਜ਼ਰੂਰੀ ਹੈ। ਜਿਸ ਤੋਂ ਸਭ ਤੋਂ ਪਹਿਲਾਂ ਚੀਜ਼ ਆਉਂਦੀ ਹੈ ਰਾ ਮਟੀਰੀਅਲ ਜਾਂ ਕੱਚੇ ਮਾਲ ਦੀ ਪਰਚੇਜ਼ਿੰਗ ਜਾਂ ਉਹਦੀ ਖਰੀਦ। ਕਿ ਅਗਰ ਅਸੀਂ ਕੱਚਾ ਮਾਲ ਹੀ ਚੰਗਾ ਨਹੀਂ ਦੇਵਾਂਗੇ ਤਾਂ ਕਦੇ ਵੀ ਉਸ ਤੋਂ ਬਣਾਉਣ ਵਾਲਾ ਪ੍ਰੋਡਕਟ ਜਿਹੜਾ ਹੈ ਉਹ ਚੰਗਾ ਨਹੀਂ ਬਣ ਸਕਦਾ। ਸੈਕੰਡਲੀ, ਫਾਰਮੂਲੇਸ਼ਨ, ਕਿ ਹਰ ਪਸ਼ੂ ਦੀ ਜ਼ਰੂਰਤ ਦੇ ਅਨੁਸਾਰ, ਪਸ਼ੂ ਦੇ ਸਟੇਜ ਦੇ ਅਨੁਸਾਰ ਫਾਰਮੂਲੇਸ਼ਨ ਬਣਾਈ ਜਾਵੇ। ਫਿਰ ਪ੍ਰੋਡਕਸ਼ਨ, ਕਿ ਇੱਕ ਚੰਗੀ ਮਸ਼ੀਨ ਰਾਹੀਂ ਉਸ ਫੀਡ ਨੂੰ ਬਣਾਇਆ ਜਾਏ। ਅਤੇ ਚੌਥਾ, ਫਿਨਿਸ਼ ਪ੍ਰੋਡਕਟ ਜਾਂ ਜਿਹੜਾ ਪ੍ਰੋਡਕਟ ਆਪਣੇ ਕੋਲ ਬਣ ਕੇ ਆਇਆ, ਉਹਦੀ ਟੈਸਟਿੰਗ, ਕਿ ਕਿਆ ਜੋ ਅਸੀਂ ਸੋਚਿਆ ਸੀ ਉਹ ਅਸੀਂ ਅਚੀਵ ਕਰ ਪਾਏ ਕਿ ਨਹੀਂ ਕਰ ਪਾਏ। ਅਤੇ ਉਹਦੀ ਟੈਸਟਿੰਗ ਜਿਹੜੀ ਹੋਣੀ ਹੈ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਦੇਖੋ ਜੀ, ਜਿਹੜੀ ਇਹ ਫੀਡ ਚੀਜ਼ ਹੈ, ਇਹ ਪਸ਼ੂਆਂ ਦੀ ਸਿਹਤ ਅਤੇ ਉਹਦੇ ਨਾਲ ਨਾਲ ਹਿਊਮਨਸ ਦੀ ਜਾਂ ਬੰਦਿਆਂ ਦੀ ਸਿਹਤ ਦੇ ਨਾਲ ਵੀ ਬਹੁਤ ਹੀ ਜ਼ਿਆਦਾ ਜੁੜਿਆ ਹੋਇਆ ਹੈ। ਜਿਹੜਾ ਕਿ ਆਉਣ ਵਾਲੇ ਸਮੇਂ 'ਚ ਸਰਕਾਰਾਂ ਇਸ 'ਤੇ ਹੋਰ ਕੜੀਆਂ ਹਦਾਇਤਾਂ ਲੈ ਕੇ ਆ ਰਹੀ ਹੈ ਕਿ ਨਿਊਟ੍ਰੀਸ਼ਨ ਦੇ ਨਾਲ ਨਾਲ ਜਿਹੜੀ ਉੱਲੀ ਜ਼ਹਿਰ ਦੀ ਮਾਤਰਾ ਹੈ ਉਸ 'ਚ ਵੀ ਕੰਟਰੋਲ ਕਰਨਾ ਬਹੁਤ ਹੀ ਜ਼ਰੂਰੀ ਹੈ। ਇਸ ਕਰਕੇ ਅਸੀਂ ਜੋ ਆਪਣੀ ਟੈਗਲਾਈਨ ਬਣਾਈ ਹੈ, ਬਿਹਤਰ ਦੁੱਧ, ਬਿਹਤਰ ਸਵਾਸਥ ਸਾਲੋ ਸਾਲ। ਬਿਲਕੁਲ। ਇੱਥੇ ਡਾਕਟਰ ਸਾਹਿਬ, ਜਿਵੇਂ ਅਸੀਂ ਪਿਛਲੇ ਐਪੀਸੋਡਸ ਦੇ ਵਿੱਚ ਫੀਡ ਦੀ ਮਹੱਤਤਾ ਜਿਹੜੀ ਹੈ ਉਹ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੀ ਹੈ, ਅਤੇ ਜੇ ਫੀਡ ਸਹੀ ਨਾ ਹੋਵੇ ਤਾਂ ਕਿਸ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ ਨੇ ਪਸ਼ੂਆਂ ਨੂੰ, ਜਾਂ ਚੰਗੀ ਫੀਡ ਪਾ ਕੇ ਤੁਸੀਂ ਕਿਵੇਂ ਬਿਮਾਰੀਆਂ ਦੀ ਰੋਕਥਾਮ ਕਰ ਸਕਦੇ ਹੋ, ਉਹ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ। ਅਤੇ ਉਹਦਾ ਮੁੱਖ ਮਕਸਦ ਮੈਨੂੰ ਲੱਗਦਾ ਉਹ ਇਹੀ ਸੀ ਕਿ ਤੁਸੀਂ ਬਿਹਤਰ ਫੀਡ ਪਾਓ ਤਾਂ ਕਿ ਪਸ਼ੂ ਦੀ ਸਿਹਤ ਜਿਹੜੀ ਹੈ ਉਹ ਬਿਹਤਰ ਹੋਵੇ, ਪਸ਼ੂ ਸਵਸਥ ਹੋਵੇਗਾ ਅਤੇ ਤੁਸੀਂ ਵੀ ਸਵਸਥ ਹੋਵੋਗੇ। ਅਤੇ ਇੱਥੇ ਡਾਕਟਰ ਸਾਹਿਬ ਹੁਣੇ ਤੁਸੀਂ ਜ਼ਿਕਰ ਜਿਸ ਦਾ ਕੀਤਾ ਉਹ ਹੈ AT ਯਾਨੀ ਐਫਲਾਟੌਕਸਿਨ, ਜਿਸ ਨੂੰ ਅਸੀਂ ਉੱਲੀ ਜ਼ਹਿਰ ਵੀ ਕਹਿੰਦੇ ਹਾਂ। ਕਹਿੰਦੇ ਕਿ ਉਹਦੀ ਜਿਹੜੀ ਨਿਰਧਾਰਿਤ ਮਾਤਰਾ ਹੈ ਉਹ 20 ppb ਹੈ। ਇਹਦੇ ਤੋਂ ਥੋੜ੍ਹਾ ਜਿਹਾ ਭਾਵ ਕੀ ਹੈ, ਇਹਦਾ ਮਤਲਬ ਕੀ ਹੈ, ਉਹ ਜਾਣਨਾ ਚਾਹਾਂਗੇ। ਹਾਂਜੀ ਨਿਖਿਲ ਜੀ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਉਸ ਤੋਂ ਪਹਿਲਾਂ ਮੈਂ ਉੱਲੀ ਜ਼ਹਿਰ ਬਾਰੇ ਵੀ ਥੋੜ੍ਹਾ ਹੋਰ ਦੱਸਣਾ ਚਾਹੂੰਗਾ। ਪਿਛਲੇ ਐਪੀਸੋਡਾਂ ਬਾਰੇ ਵਿੱਚ ਵੀ ਇਹਦੀ ਗੱਲ ਹੋਈ ਹੈ, ਪਰ ਫਿਰ ਵੀ ਮੈਂ ਇਹਦੇ ਬਾਰੇ ਤੁਹਾਨੂੰ ਫਿਰ ਤੋਂ ਦੱਸਣਾ ਚਾਹੂੰਗਾ ਕਿ ਬਹੁਤ ਜ਼ਰੂਰੀ ਚੀਜ਼ ਹੈ, ਇੰਪੋਰਟੈਂਟ ਚੀਜ਼ ਹੈ। ਆਉਂਦੀ ਕਿੱਥੋਂ ਹੈ ਅਤੇ ਇਹਦੇ ਦੁਸ਼ਪ੍ਰਭਾਵ ਕੀ ਹੈ। ਆਉਣ ਦਾ ਇਹਦਾ ਸੋਰਸ, ਜਿਵੇਂ ਕਿ ਅਗਰ ਅਸੀਂ ਸਾਈਲੇਜ ਪਾਉਣ ਵੇਲੇ ਜਾਂ ਚਾਰ ਪਾਉਣ ਵੇਲੇ
ਉਹਦੀ ਮੈਨੇਜਮੈਂਟ ਚੰਗੀ ਨਹੀਂ ਕੀਤੀ, ਕਿਸੇ ਜਗ੍ਹਾ 'ਚ ਉਹਦੇ ਵਿੱਚ ਹਵਾ ਚੱਲ ਗਈ ਹੈ ਤਾਂ ਉਹਦੇ ਵਿੱਚ ਉੱਲੀ ਬਣ ਸਕਦੀ ਹੈ। ਪੱਠੇ ਪਿੰਡਾਂ 'ਚ ਆਪਾਂ ਕੀ ਕਰਦੇ ਹਾਂ ਕਿ ਸਵੇਰੇ ਲਿਆ ਕੇ ਕੁਤਰ ਕੇ ਢੇਰੀ ਲਾ ਕੇ ਰੱਖ ਦਿੰਦੇ ਹਾਂ, ਸ਼ਾਮ ਨੂੰ ਜਦੋਂ ਉਹਦੇ ਵਿੱਚ ਹੱਥ ਪਾ ਕੇ ਦੇਖੀਏ ਤਾਂ ਗਰਮ ਹੋ ਜਾਂਦੇ, ਉਹਦਾ ਮਤਲਬ ਕੀ ਹੈ, ਉਸ 'ਚ ਉੱਲੀ ਬਣ ਗਈ। ਤੂੜੀ ਹੈ, ਸਟੋਰ ਕਰਨ ਵੇਲੇ ਅਸੀਂ ਪਾਣੀ ਦਾ ਛਿੜਕਾਵ ਕਰਦੇ ਹਾਂ, ਜਾਂ ਕਿਤੋਂ ਪਾਣੀ ਬਾਰਿਸ਼ ਦਾ ਪਾਣੀ ਅੰਦਰ ਆ ਗਿਆ ਤੇ ਉੱਥੇ ਵੀ ਜਿਹੜਾ ਭੂਰਾ ਰੰਗ ਜਾਂ ਕਾਲਾ ਰੰਗ ਹੋਣਾ ਤੂੜੀ ਦਾ ਸ਼ੁਰੂ ਹੋ ਜਾਂਦਾ, ਉਹ ਵੀ ਇੱਕ ਉੱਲੀ ਦਾ ਰੂਪ ਹੈ। ਪਰ ਉਸ ਤੋਂ ਵੀ ਅਲੱਗ ਫੀਡ ਜਿਹੜੀ ਹੈ ਇੱਕ ਸਭ ਤੋਂ ਪ੍ਰਮੁੱਖ ਕਾਰਨ ਹੈ ਉੱਲੀ ਜ਼ਹਿਰ ਦਾ। ਨੁਕਸਾਨਾਂ ਦੀ ਗੱਲ ਕਰੀਏ ਤਾਂ ਪਸ਼ੂਆਂ 'ਚ ਭਾਰੀ ਨੁਕਸਾਨ ਹੈ, ਜਿਵੇਂ ਬਾਰ-ਬਾਰ ਫਿਰਨਾ, ਥਨੇਲਾ ਰੋਗ ਹੋਣਾ, ਪਸ਼ੂ ਦੀ ਇਮਿਊਨਿਟੀ ਡਾਊਨ ਹੋਣਾ, ਪਸ਼ੂ 'ਚ ਬਾਰ-ਬਾਰ ਮੋਕ ਲੱਗਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਉੱਲੀ ਜ਼ਹਿਰ ਕਰਕੇ ਪਸ਼ੂ ਨੂੰ ਹੋ ਸਕਦੀਆਂ। ਉਹੀ ਪਸ਼ੂ ਦਾ ਦੁੱਧ ਅਗਰ ਇਨਸਾਨ ਪੀ ਰਿਹਾ ਤਾਂ ਇਨਸਾਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਆ ਸਕਦੀਆਂ, ਜਿਵੇਂ ਲਿਵਰ ਸਿਰੋਸਿਸ ਦਾ, ਤੇ ਇੱਥੇ ਤੱਕ ਕਿਹਾ ਗਿਆ ਹੈ ਕਿ ਕੈਂਸਰ ਤੱਕ ਦਾ ਰੋਗ ਜਿਹੜਾ ਹੈ ਉਹ ਉੱਲੀ ਜ਼ਹਿਰ ਦੇ ਰਾਹੀਂ ਹੋ ਸਕਦਾ। ਜਿਹੜੀ ਅਸੀਂ ਗੱਲ ਕਰ ਰਹੇ ਹਾਂ 20 ppb ਦੀ, ਕਿ ਫੀਡ ਦੇ ਵਿੱਚ ਉਹਦੀ ਜਿਹੜੀ ਮਾਤਰਾ ਹੈ ਉਹ 20 ppb ਤੋਂ ਥੱਲੇ ਹੋਣੀ ਚਾਹੀਦੀ। ppb ਦਾ ਮਤਲਬ ਹੈ ਪਾਰਟਸ ਪਰ ਬਿਲੀਅਨ। ਉਹਦਾ ਜਾਂ ਸਿੰਪਲ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਕਿਸੇ ਇੱਕ ਚੀਜ਼ ਨੂੰ ਆਪਾਂ 1 ਕਰੋੜ ਹਿੱਸਿਆਂ 'ਚ ਅਗਰ ਵੰਡੀਏ ਤੇ ਅਗਰ ਉਹਦੇ 20 ਹਿੱਸੇ ਖਰਾਬ ਹੋਣ ਤਾਂ ਉਹਦਾ ਮਤਲਬ ਹੈ 20 ppb। ਮਤਲਬ ਦਾਣੇ 'ਚ ਗੱਲ ਕਰੀਏ ਕਿ 1 ਕਰੋੜ ਦਾਣੇ ਦੇ ਵਿੱਚ ਅਗਰ 20 ਦਾਣੇ ਤੁਹਾਡੇ ਉੱਲੀ ਲੱਗੇ ਆ ਗਏ ਤਾਂ ਉਹ ਜਿਹੜੀ ਮੱਕੀ ਹੈ ਜਾਂ ਦਾਣਾ ਹੈ ਉਹ ਆਪਾਂ ਫੀਡ ਦੇ ਵਿੱਚ ਯੂਜ਼ ਨਹੀਂ ਕਰ ਸਕਦੇ। ਤੇ ਆਉਣ ਵਾਲੇ ਸਮੇਂ ਜਿਵੇਂ ਪਹਿਲੇ ਦੱਸਿਆ, ਸਰਕਾਰਾਂ ਜਿਹੜੀਆਂ ਇਸ 'ਤੇ ਹੋਰ ਕੜੇ ਕਾਨੂੰਨ ਵੀ ਲੈ ਕੇ ਆ ਰਹੀਆਂ। ਆਪਣੀ ਫੀਡ ਦੀ ਗੱਲ ਕਰੀਏ, ਜਿਵੇਂ ਕਿ ਮੈਂ ਪਹਿਲੇ ਦੱਸਿਆ ਸੀ, ਅਸੀਸ ਫੀਡ 'ਚ ਇਹ ਚੀਜ਼ਾਂ ਦੀ ਨਿਗਰਾਨੀ ਜਿਹੜੀ ਹੈ ਉਹਦੇ ਫਸਟ ਸਟੈਪ ਤੋਂ ਹੀ ਕੀਤੀ ਜਾਂਦੀ ਹੈ। ਜਿਹੜਾ ਵੀ ਕੱਚਾ ਮਾਲ ਜਾਂ ਰਾ ਮਟੀਰੀਅਲ ਆਪਣੀ ਫੀਡ ਦੇ ਵਿੱਚ ਯੂਜ਼ ਹੁੰਦਾ ਹੈ, ਉਹਦੀ ਅਫਲਾਟੌਕਸਿਨ ਟੈਸਟਿੰਗ ਹਰ ਇੱਕ ਬੈਗ ਦੀ, ਹਰ ਇੱਕ ਗੱਡੀ ਦੀ ਕੀਤੀ ਜਾਂਦੀ ਹੈ, ਤਾਂ ਕਿ ਫਿਨਿਸ਼ ਪ੍ਰੋਡਕਟ ਦੇ ਵਿੱਚ ਜੋ ਆਪਾਂ ਪ੍ਰੋਡਕਟ ਬਣਾਉਣਾ ਹੈ ਉਹਦੇ ਵਿੱਚ ਉਹਦੀ ਉੱਲੀ ਦੀ ਮਾਤਰਾ ਨੂੰ ਕੰਟਰੋਲ ਕਰ ਸਕੀਏ। ਤੇ ਬਕਾਇਦਾ ਅਸੀਂ ਆਪਦੀ ਫੀਡ ਦੇ ਇਹ ਮੈਂਸ਼ਨ ਵੀ ਕਰਦੇ ਹਾਂ ਕਿ ਅਫਲਾਟੌਕਸਿਨ ਬਿਲੋ 20 ppb, ਕਿ ਹੱਦ 20 ppb ਤੋਂ ਥੱਲੇ ਹੀ ਹੋਊਗੀ। ਇਹ ਤੁਸੀਂ ਟੈਸਟਿੰਗ ਕਰਾ ਕੇ ਵੀ ਦੇਖ ਸਕਦੇ ਹੋ। ਉਸ 'ਤੇ ਕੜੀ ਲਗਾਮ ਜਿਹੜੀ ਅਸੀਂ ਲੈ ਕੇ ਚੱਲਦੇ ਹਾਂ। ਤੇ ਉਹੀ ਡਾਕਟਰ ਸਾਹਿਬ ਕਿ ਇਹ ਜੋ ਤੁਸੀਂ ਕਿਹਾ ਕਿ ਹਰ ਸਟੈਪ ਦੇ ਉੱਤੇ ਜਿਹੜੀ ਮੋਨੀਟਰਿੰਗ ਹੁੰਦੀ ਹੈ, ਉਹ ਮੋਨੀਟਰਿੰਗ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਜ਼ਰੂਰੀ, ਕਿਉਂਕਿ ਤਦੀ ਕਿਸਾਨ ਵੀਰਾਂ ਦਾ ਭਰੋਸਾ ਜਿਹੜਾ ਹੈ ਉਹ ਅਸੀਸ ਫੀਡ 'ਤੇ ਇੰਨਾ ਜ਼ਿਆਦਾ। ਬਿਲਕੁਲ। ਜਿਹੜੀ ਮੈਂ ਸਟੈਪਾਂ ਦੀ ਪਹਿਲੇ ਵੀ ਗੱਲ ਕਰ ਰਿਹਾ ਸੀ, ਉਹ 'ਚ ਸਭ ਤੋਂ ਇੰਪੋਰਟੈਂਟ ਤਾਂ ਰਾ ਮਟੀਰੀਅਲ ਦੀ ਜਿਹੜੀ ਪਰਚੇਜ਼ਿੰਗ ਹੀ ਹੈ। ਜੇ ਤੁਸੀਂ ਉੱਥੇ ਚੂਕ ਕਰ ਗਏ, ਪਹਿਲੇ ਸਟੈਪ 'ਤੇ ਚੂਕ ਕਰ ਗਏ, ਤੁਸੀਂ ਕਦੇ ਵੀ ਉਹ ਚੀਜ਼ ਅਚੀਵ ਨਹੀਂ ਕਰ ਪਾਓਗੇ। ਇਸ ਕਰਕੇ ਸਟ੍ਰਿਕਟ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਆਪਣੀ ਜਿਹੜੀ ਰਾ ਮਟੀਰੀਅਲ ਜਾਂ ਕੱਚੇ ਮਾਲ ਦੀ ਪਰਚੇਜ਼ਿੰਗ ਹੁੰਦੀ ਹੈ, ਉਹਦੇ ਬਾਅਦ ਜਦੋਂ ਉਹਦੇ ਉਸ ਕੱਚੇ ਮਾਲ ਨੂੰ ਯੂਜ਼ ਕਰਕੇ ਫੀਡ ਬਣਾਈ ਜਾਂਦੀ ਹੈ, ਐਂਡ ਪ੍ਰੋਡਕਟ 'ਚ ਦੁਬਾਰਾ ਉਹਦੀ ਟੈਸਟਿੰਗ ਕੀਤੀ ਜਾਂਦੀ ਹੈ ਕਿ ਪ੍ਰੋਡਕਟ ਦੇ ਵਿੱਚ ਜੋ ਆਪਾਂ ਸੋਚਿਆ ਸੀ ਉਹ ਮਿਲਿਆ ਕਿ ਨਹੀਂ ਮਿਲਿਆ। ਅਗਰ ਉਹ 20 ppb ਤੋਂ ਵੱਧ ਹੋ ਰਹੀ ਹੈ, ਉਹ ਸਾਰਾ ਲੋਟ ਜਿਹੜਾ ਰਿਜੈਕਟ ਕੀਤਾ ਜਾਂਦਾ ਹੈ, ਉਹ ਕਦੇ ਵੀ ਉਹ ਲੋਟ ਜਿਹੜਾ ਫਾਰਮਰ ਕੋਲ ਨਹੀਂ ਜਾਊਗਾ। ਤੇ ਮੈਂ ਕਿਸਾਨ ਭਰਾਵਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਤੁਸੀਂ ਫੀਡ ਲੈਣ ਵੇਲੇ ਇਸ ਚੀਜ਼ ਦੀ ਜਿਹੜੀ ਜਾਂਚ ਤੇ ਤੁਹਾਨੂੰ ਉਸ ਚੀਜ਼ ਦੀ ਜਿਹੜੀ ਨੌਲੇਜ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਿੱਧੀ ਦੀ ਸਿੱਧੀ ਤੁਹਾਡੇ ਪਸ਼ੂਆਂ ਦੀ ਸਿਹਤ ਨਾਲ ਤੇ ਤੁਹਾਡੀ ਸਿਹਤ ਨਾਲ ਜੁੜੀ ਹੋਈ ਹੈ। ਬਿਲਕੁਲ, ਜਿਹੜੀ ਅਸੀਸ ਦੀ ਇਹ ਟੈਗਲਾਈਨ ਹੈ ਨਾ, ਉਹ ਇੱਕ ਫਿਊਚਰਿਸਟਿਕ ਮੈਂ ਕਹਾਂਗਾ, ਇੱਕ ਭਵਿੱਖ ਦੀ ਸੋਚ ਜਿਹੜੀ ਹੈ ਉਹ ਰੱਖਦੀ ਹੈ, ਜੋ ਕਹਿੰਦੀ ਹੈ ਕਿ ਬਿਹਤਰ ਦੁੱਧ ਬਿਹਤਰ ਸਵਾਸਥ ਸਾਲੋ ਸਾਲ। ਇਸ ਬਾਰੇ ਚਰਚਾ ਹਲੇ ਜਾਰੀ ਰਹੇਗੀ, ਕਿਉਂਕਿ ਕਿਸਾਨ ਵੀਰਾਂ ਦੇ ਵੀ ਕੁਝ ਸਵਾਲ ਨੇ ਜੋ ਅਸੀਂ ਡਾਕਟਰ ਸਾਹਿਬ ਤੱਕ ਪਹੁੰਚਾਉਣੇ ਨੇ, ਉਸ ਦੇ ਬਾਰੇ ਵੀ ਚਰਚਾ ਹੋਵੇਗੀ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2 ਤੇ ਅੱਜ ਦਾ ਸਾਡਾ ਵਿਸ਼ਾ ਹੈ ਅਸੀਸ ਫੀਡ, ਬਿਹਤਰ ਦੁੱਧ ਬਿਹਤਰ ਸਵਾਸਥ ਸਾਲੋ ਸਾਲ। ਤੇ ਇਸ ਬਾਰੇ ਸਾਡੇ ਨਾਲ ਚਰਚਾ ਕਰ ਰਹੇ ਨੇ ਡਾਕਟਰ ਸੁਮਨ ਸਿੰਘ। ਤੇ ਡਾਕਟਰ ਸਾਹਿਬ, ਹੁਣ ਅਸੀਂ ਕਿਸਾਨ ਵੀਰਾਂ ਨਾਲ ਸਿੱਧਾ ਸੰਪਰਕ ਸਾਧਾਂਗੇ, ਉਹਨਾਂ ਦੇ ਸਵਾਲ ਜਿਹੜੇ ਉਹ ਤੁਹਾਡੇ ਤੱਕ ਕਾਲ ਦੇ ਜ਼ਰੀਏ ਪਹੁੰਚਾਵਾਂਗੇ। ਤੇ ਪਹਿਲੇ ਕਿਸਾਨ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਮੈਂ ਸ਼ਰਨਜੀਤ ਕੌਰ ਕੀਰਪਿੰਡ ਜੰਮੂ ਤੋਂ ਬੋਲਦੀ ਪਈ ਹਾਂ। ਸਤਿ ਸ਼੍ਰੀ ਅਕਾਲ ਸ਼ਰਨਜੀਤ ਜੀ, ਆਪਣਾ ਸਵਾਲ ਪੁੱਛੋ। ਡਾਕਟਰ ਸਾਹਿਬ, ਜਾਨਵਰਾਂ ਦੀ ਕੋਈ ਵੀ ਫੀਡ ਖਰੀਦਣ ਤੋਂ ਪਹਿਲਾਂ ਸਾਨੂੰ ਕਿਹੜੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ? ਦੇਖੋ ਜੀ, ਸਭ ਤੋਂ ਪਹਿਲਾ ਪੁਆਇੰਟ ਜਿਹੜਾ ਮੈਂ ਇਸ 'ਚ ਕਹੂੰਗਾ ਕਿ ਜਦੋਂ ਵੀ ਤੁਸੀਂ ਇਹ ਸਿਲੈਕਸ਼ਨ ਕਰਨੀ ਹੈ ਤਾਂ ਇੱਕ ਚੀਜ਼ ਦਿਮਾਗ 'ਚ ਜ਼ਰੂਰ ਰੱਖੋ ਕਿ ਉਹਨੂੰ ਸ਼ਾਰਟ ਟਰਮ ਫਾਇਦੇ ਲਈ, ਮਤਲਬ ਥੋੜ੍ਹੇ ਫਾਇਦੇ ਲਈ ਨਹੀਂ, ਲੰਬੇ ਸਮੇਂ ਲਈ ਜੋ ਚੀਜ਼ ਫਾਇਦਾ ਦੇਵੇ ਉਹ ਐਸੀ ਚੀਜ਼ ਜਿਹੜੀ ਸਿਲੈਕਸ਼ਨ ਜਿਹੜੀ ਹੋਣੀ ਚਾਹੀਦੀ ਹੈ।
ਫੀਡ ਸਿਲੈਕਸ਼ਨ 'ਚ ਮੈਂ ਦੋ ਚੀਜ਼ਾਂ ਦੱਸਣਾ ਚਾਹੂੰਗਾ ਕਿ ਇੱਕ ਫਾਰਮਰ ਪੁਆਇੰਟ ਆਫ View ਹੁੰਦਾ ਕਿ ਕਿਸਾਨ ਦਾ ਇੱਕ ਪੁਆਇੰਟ ਹੁੰਦਾ, ਇੱਕ ਐਨੀਮਲ ਦਾ ਪੁਆਇੰਟ ਆ, ਪਸ਼ੂ ਦਾ। ਕਿ ਕਈ ਵਾਰੀ ਆਪਾਂ ਕੀ ਕਰਦੇ ਹਾਂ ਕਿ ਪਸ਼ੂ ਨੂੰ ਛੱਡ ਕੇ ਆਪਣੇ ਦਿਮਾਗ ਨਾਲ ਸੋਚ ਕੇ ਫੀਡ ਲੈ ਲੈਂਦੇ ਹਾਂ। ਉਹ 'ਚ ਐਗਜ਼ਾਮਪਲ ਕਿਆ ਹੈ ਕਿ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਜਿਹੜੀ ਫੀਡ ਕਾਸਟ ਹੈ, ਫੀਡਿੰਗ ਕਾਸਟ ਜਿਹੜੀ ਹੈ ਉਹ ਪਸ਼ੂ ਦੇ ਡੇਅਰੀ ਫਾਰਮਿੰਗ 'ਚ ਆਪਾਂ ਕਹਿੰਦੇ ਕਿ 60 ਤੋਂ 70% ਜਿਹੜਾ ਉਹਦਾ ਖਰਚਾ ਹੈ ਉਹ ਫੀਡਿੰਗ ਦੇ ਵਿੱਚ ਆਉਂਦਾ। ਕਈ ਵਾਰੀ ਫਾਰਮਰ ਕੀ ਕਰਦੇ ਆ ਕਿ ਫੀਡਿੰਗ ਕਾਸਟ ਨੂੰ ਘਟਾਉਣ ਲਈ ਸਸਤੀ ਫੀਡ ਜਾਂ ਘਟੀਆ ਫੀਡ ਪਾਣਾ ਸ਼ੁਰੂ ਕਰ ਦਿੰਦੇ ਆ, ਜਿਹਦਾ ਕਿ ਨੁਕਸਾਨ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਤੇ ਭਿਅੰਕਰ ਹੋ ਸਕਦਾ। ਕਈ ਵਾਰੀ ਇਹ ਵੀ ਹੁੰਦਾ ਕਿ ਫਾਰਮ ਦੇ ਵਿੱਚ 50 ਡੰਗਰ ਹੈਗੇ ਆ ਤਾਂ ਉਹਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਰਿਪੀਟ ਜਾਂ ਬਣੇ ਨਹੀਂ, ਤੇ ਉਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਸਭ ਤੋਂ ਪਹਿਲੀ ਚੀਜ਼ ਕਿ ਜਦੋਂ ਵੀ ਤੁਸੀਂ ਫੀਡ ਦੀ ਸਿਲੈਕਸ਼ਨ ਕਰਨੀ ਹੈ ਉਹ ਤੁਸੀਂ ਆਪਦੇ ਪਸ਼ੂ ਦੇ ਮੁਤਾਬਿਕ ਕਰੋ ਕਿ ਕਿਆ ਤੁਸੀਂ ਜੋ ਫੀਡ ਲੈ ਰਹੇ ਹੋ ਉਹ ਪਸ਼ੂ ਦੀ ਨਿਊਟ੍ਰੀਸ਼ਨ ਰਿਕੁਆਇਰਮੈਂਟ, ਉਹਦੇ ਤੱਤਾਂ ਦੀ ਜ਼ਰੂਰਤ ਜਿਹੜੀ ਹੈ ਉਹ ਪੂਰੀ ਕਰ ਪਾ ਰਿਹਾ ਕਿ ਨਹੀਂ ਕਰ ਪਾ ਰਿਹਾ। ਠੀਕ ਹੈ, ਪਸ਼ੂ ਦੇ ਸਟੇਜ ਦੇ ਹਿਸਾਬ ਨਾਲ ਕਿਸ ਵਰਗ ਦਾ ਪਸ਼ੂ ਹੈ, ਕਿਸ ਤਰ੍ਹਾਂ ਦਾ ਪਸ਼ੂ ਹੈ, ਉਹਦੀ ਬਰੀਡ ਦੇ ਹਿਸਾਬ ਨਾਲ ਤੁਸੀਂ ਉਹਦੀ ਫੀਡ ਦੀ ਸਿਲੈਕਸ਼ਨ ਕਰੋ ਤਾਂ ਕਿ ਤੁਹਾਨੂੰ ਲੌਂਗ ਟਰਮ ਉਹਦਾ ਜਿਹੜਾ ਫਾਇਦਾ ਹੋਵੇ। ਨਾਲ ਇੱਕ ਚੀਜ਼ ਜਿਹੜੀ ਬਹੁਤ ਜ਼ਰੂਰੀ ਧਿਆਨ ਰੱਖਣ ਵਾਲੀ ਹੈ, ਉਹ ਮੈਂ ਫਿਰ ਦੁਹਰਾਊਂਗਾ, ਉਹ ਹੈ ਉਹਦੇ ਵਿੱਚ ਉੱਲੀ ਜ਼ਹਿਰ ਦੀ ਮਾਤਰਾ ਜਿਹੜੀ ਕਿ 20 ppb ਤੋਂ ਥੱਲੇ ਹੋਣੀ ਚਾਹੀਦੀ ਹੈ। ਮੈਂ ਜਿਹੜਾ ਆਪਣਾ ਸਲੋਗਨ ਹੈ ਜਾਂ ਨਾਰਾ ਉਹਨੂੰ ਫਿਰ ਦੁਹਰਾਵਾਂਗਾ ਕਿ ਫੀਡ ਦੀ ਸਿਲੈਕਸ਼ਨ ਕਰਨ ਵੇਲੇ ਵੀ ਇਸ ਚੀਜ਼ ਦਾ ਧਿਆਨ ਰੱਖੋ ਕਿ ਬਿਹਤਰ ਦੁੱਧ ਬਿਹਤਰ ਸਵਾਸਥ ਸਾਲੋ ਸਾਲ, ਕਿ ਆਪਾਂ ਇਹੋ ਜਿਹੀ ਫੀਡ ਸਿਲੈਕਸ਼ਨ ਕਰੀਏ ਜਿਹੜਾ ਆਪਾਂ ਨੂੰ ਲੰਬੇ ਸਮੇਂ ਤੱਕ ਆਪਾਂ ਨੂੰ ਡੇਅਰੀ ਫਾਰਮਿੰਗ 'ਚ ਸਾਨੂੰ ਫਾਇਦਾ ਦੇਵੇ। ਬਿਲਕੁਲ, ਇਹ ਟੈਗਲਾਈਨ ਜਿਵੇਂ ਮੈਂ ਬ੍ਰੇਕ ਵਿੱਚ ਜਾਣ ਤੋਂ ਪਹਿਲੇ ਕਿਹਾ ਸੀ, ਇਸ ਕਰਕੇ ਹੈ ਕਿਉਂਕਿ ਇਹਦੇ ਵਿੱਚ ਇੱਕ ਫਿਊਚਰਿਸਟਿਕ, ਇੱਕ ਭਵਿੱਖ ਦੀ ਸੋਚ ਹੈ, ਉਹਦੇ ਮੱਦੇ ਨਜ਼ਰ ਇਹ ਰੱਖੀ ਗਈ ਕਿ ਜੇ ਤੁਸੀਂ ਇਹ ਆਪਣੇ ਦਿਮਾਗ 'ਚ ਬਿਠਾ ਲਓਗੇ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਫੀਡ ਸਿਲੈਕਸ਼ਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੇਰਾ ਨਾਮ ਮਨਮੋਹਨ ਸਿੰਘ ਹੈ ਜੀ, ਮੈਂ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਮੁੱਦਕੀ ਤੋਂ ਬੋਲਦਾ ਜੀ। ਹਾਂਜੀ ਮਨਮੋਹਨ ਜੀ, ਆਪਣਾ ਸਵਾਲ ਪੁੱਛੋ। ਹਾਂਜੀ, ਮੇਰਾ ਡਾਕਟਰ ਸਾਹਿਬ ਨੂੰ ਸਵਾਲ ਆ ਜੀ, ਮੈਂ ਨਾ ਜੀ ਘਰ ਦੀ ਫੀਡ ਤਿਆਰ ਕਰਕੇ ਨਾ ਜੀ ਉਹ ਆਪਦੇ ਪਸ਼ੂਆਂ ਨੂੰ ਪਾਉਣਾ ਜੀ, ਜਿਹਦੇ ਵਿੱਚ ਛੋਟੇ ਬੱਚੇ ਵੀ ਆ ਜਾਂਦੇ ਆ ਜੀ, ਕੱਟੀਆਂ ਵੱਛੀਆਂ ਹੋ ਗਈਆਂ ਤੇ ਦੁੱਧ ਦੇਣ ਵਾਲੇ ਪਸ਼ੂ, ਗਾਵਾਂ ਜਾਂ ਜਿਹੜੀਆਂ ਇਹ ਗਾਵਾਂ ਅਜੇ ਬਣੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਵੀ ਪਾਉਣਾ ਤੇ ਦੂਜੀਆਂ ਨੂੰ ਵੀ ਪਾਉਣਾ। ਕੀ ਇਹ ਜੀ ਕੰਮ ਠੀਕ ਹੈ ਜੀ, ਆਪਦੀ ਫੀਡ ਬਣਾ ਕੇ ਪਾਉਣਾ ਜੀ? ਹਾਂਜੀ ਮਨਮੋਹਨ ਜੀ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਆਮ ਤੌਰ ਤੇ ਆਪਾਂ ਦੇਖਦੇ ਹਾਂ ਪਿੰਡਾਂ 'ਚ ਕਈ ਵਾਰੀ ਇਹ ਪ੍ਰੈਕਟਿਸ ਹੁੰਦੀ ਹੈ ਕਿ ਕਿਸਾਨ ਭਰਾ ਆਪਣੇ ਆਪ ਦੀ ਮਰਜ਼ੀ ਨਾਲ ਇੱਕ ਚੱਕੀ ਤੋਂ ਫੀਡ ਬਣਾ ਕੇ ਲੈ ਆਉਂਦੇ ਆ ਤੇ ਹਰ ਵਰਗ ਦੇ ਪਸ਼ੂਆਂ ਨੂੰ ਉਹੀ ਫੀਡ ਪਾਈ ਜਾਂਦੇ ਆ, ਜਿਹੜੀ ਕਿ ਸਰਾਸਰ ਗਲਤ ਹੈ। ਸਹੀ ਤਰੀਕਾ ਕਿਆ ਹੋਣਾ ਚਾਹੀਦਾ ਕਿ ਅਗਰ ਤੁਸੀਂ ਘਰ ਦੀ ਫੀਡ ਵੀ ਬਣਾਉਣੀ ਹੈ ਤੇ ਕਿਸੇ ਤਕਨੀਕੀ ਬੰਦੇ ਤੋਂ ਸਲਾਹ ਲਓ। ਹਰ ਵਰਗ ਦੇ ਪਸ਼ੂ ਦੀ ਜਿਹੜੀ ਫੀਡ ਹੈ ਉਹ ਅਲੱਗ-ਅਲੱਗ ਬਣਾਈ ਜਾਂਦੀ ਹੈ, ਜਿਹਦੀ ਥੋੜ੍ਹੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਚਾਹੂੰਗਾ ਕਿ ਜਿਵੇਂ ਜੰਮਦਾ ਪਸ਼ੂ ਹੈ ਉਹਦੀ ਰਿਕੁਆਇਰਮੈਂਟ ਕੁਛ ਅਲੱਗ ਹੈ, ਉਸ ਹਿਸਾਬ ਨਾਲ ਜਿਵੇਂ ਕਾਬ ਬੂਸਟਰ ਕਰਕੇ ਮਾਰਕੀਟ 'ਚ ਫੀਡਾਂ ਆਉਂਦੀਆਂ, ਠੀਕ ਹੈ ਨਾ, ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਬਣਾਈ ਜਾਂਦੀ ਹੈ ਕਿ ਇੱਕ ਤਾਂ ਪਸ਼ੂ ਦੀ ਗਰੋਥ ਹੋਵੇ, ਨਾਲ ਉਹਦੇ ਅੰਦਰ ਢਿੱਡ ਦਾ ਵੀ ਵਿਕਾਸ ਹੋਵੇ। ਉਹਦੇ ਬਾਅਦ ਨੈਕਸਟ ਸਟੇਜ ਆਉਂਦੀ ਹੈ ਜਿਹੜੀ ਬੈੜਾਂ ਲਈ, ਕਿ ਜਿਹੜੀ ਪਸ਼ੂ ਹਿਫਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਐਸੀ ਫੀਡ ਹੁੰਦੀ ਹੈ ਜਿਹਦੇ ਵਿੱਚ ਕਿ ਪਸ਼ੂ ਦਾ ਇੱਕ ਤਾਂ ਵਜ਼ਨ ਵੱਧਦਾ, ਦੂਸਰਾ ਬੱਚੇਦਾਨੀ ਦਾ ਵਿਕਾਸ, ਤਾਂ ਕਿ ਪਸ਼ੂ ਨੂੰ ਗੱਭਣ ਕਰਾਉਣ ਲਈ ਉਹ ਤਿਆਰ ਕਰਦੀ ਹੈ। ਉਹਦੇ ਬਾਅਦ ਅਲੱਗ ਫੀਡ ਜਿਵੇਂ ਡਰਾਈ ਪੀਰੀਅਡ 'ਚ ਆ ਜਾਂਦੀ, ਜਦੋਂ ਪਸ਼ੂ ਨੂੰ ਆਪਾਂ ਦੁੱਧ ਤੋਂ ਸੁਕਾ ਦਿੰਦੇ ਹਾਂ। ਪਸ਼ੂ ਦੇ ਸੂਣ ਵੇਲੇ ਦੀ ਅਲੱਗ ਫੀਡ ਆਉਂਦੀ ਜਿਹਨੂੰ ਆਪਾਂ ਟ੍ਰਾਂਜੀਸ਼ਨ ਕਹਿ ਦਿੰਦੇ ਹਾਂ, ਜਿਹੜੀ ਕਿ ਪਸ਼ੂਆਂ 'ਚ ਸੂਣ ਵੇਲੇ ਆਉਣ ਵਾਲੀ ਦਿੱਕਤਾਂ ਤੋਂ ਦੂਰ ਕਰਦੀ ਹੈ। ਸੂਣ ਤੋਂ ਬਾਅਦ ਪਸ਼ੂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ, ਪਸ਼ੂ ਦੇ ਦੁੱਧ ਦੇ ਹਿਸਾਬ ਨਾਲ ਅਲੱਗ-ਅਲੱਗ ਫੀਡਾਂ ਜਿਹੜੀਆਂ ਆਪਾਂ ਨੂੰ ਮਿਲਦੀਆਂ, ਜਿਹੜੀ ਕਿ ਪਸ਼ੂ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਦੀ ਹੈ। ਇਸ ਕਰਕੇ ਅਗਰ ਤੁਸੀਂ ਘਰ ਦੀ ਵੀ ਫੀਡ ਬਣਾ ਰਹੇ ਹੋ ਤਾਂ ਕਿਸੇ ਡਾਕਟਰ ਤੋਂ ਸਲਾਹ ਲੈ ਕੇ ਬਣਾਓ। ਇਸ ਤਰ੍ਹਾਂ ਝਟਕੇ ਸੌਦੇ ਵਾਲਾ ਕੰਮ ਹੁਣ ਨਹੀਂ ਰਿਹਾ। ਜਿਸ ਹਿਸਾਬ ਨਾਲ ਅਸੀਂ ਆਪਣੀ ਬਰੀਡ ਬਣਾ ਲਈ ਹੈ, ਉਹਦੀ ਜਿਹੜੀ ਜ਼ਰੂਰਤ ਹੈ ਸਾਨੂੰ ਪੂਰੀ ਕਰਨਾ ਬਹੁਤ ਜ਼ਰੂਰੀ ਹੈ। ਬਿਲਕੁਲ, ਡਾਕਟਰ ਸਾਹਿਬ ਨੇ ਤਾਂ ਬਹੁਤ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਤੇ ਇੱਥੇ ਮਨਮੋਹਨ ਜੀ, ਤੁਹਾਨੂੰ ਇੱਕ ਹੋਰ ਗੱਲ ਯਾਦ ਕਰਾਉਣਾ ਚਾਹਾਂਗਾ ਕਿ ਸਾਡੇ ਪਿਛਲੇ ਐਪੀਸੋਡ ਦੇ ਵਿੱਚ ਜਿਵੇਂ ਡਾਕਟਰ ਲਖਵੀਰ ਨੇ ਇਸ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਸੀ ਕਿ ਜੋ ਵੱਡੇ ਪਸ਼ੂ ਨੇ ਉਹਨਾਂ ਦੀ ਫੀਡ ਜਿਹੜੀ ਹੈ ਉਹ ਛੋਟੇ ਪਸ਼ੂਆਂ ਨੂੰ, ਕੱਟੀਆਂ ਵੱਛੀਆਂ ਨੂੰ ਨਹੀਂ ਪਾਣੀ ਚਾਹੀਦੀ, ਕਿਉਂਕਿ ਇਸ ਦਾ ਅਸਰ ਉਹਨਾਂ ਦੀ ਸਿਹਤ ਉੱਤੇ ਹੁੰਦਾ ਹੈ। ਤੇ ਜਿਵੇਂ ਡਾਕਟਰ ਸਾਹਿਬ ਆਮ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਬੱਚਾ ਜਦੋਂ ਪੈਦਾ ਹੁੰਦਾ ਹੈ ਤੇ 6 ਮਹੀਨੇ ਤੱਕ ਉਹ ਸਿਰਫ ਦੁੱਧ ਪੀਂਦਾ ਹੈ। ਜੇ ਉਸ ਨੂੰ ਅਸੀਂ ਰੋਟੀ ਖਵਾਉਣ ਦੀ ਜਾਂ ਹੋਰ ਕੁਝ ਖਵਾਉਣ ਦੀ ਕੋਸ਼ਿਸ਼ ਕਰਾਂਗੇ, ਉਹ ਖਾ ਨਹੀਂ ਸਕੇਗਾ। ਇਸ ਦਾ ਅਸਰ ਉਸ ਦੇ ਸਿਹਤ ਉੱਤੇ ਵੀ ਪਵੇਗਾ। ਤੇ ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ।
ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਗੱਲ ਕਰ ਰਿਹਾ ਜੀ, ਮੈਂ ਮੋਗਾ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਸਵਾਲ ਪੁੱਛੋ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੇਰਾ ਸਵਾਲ ਸੀ, ਜਿਹੜੀਆਂ ਹਾਈ ਐਲਡਰ ਜ਼ਿਆਦਾ ਦੁੱਧ ਦੇਣ ਵਾਲੀਆਂ ਗਾਈਆਂ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਫੀਡ ਤੋਂ ਇਲਾਵਾ ਹੋਰ ਕੋਈ ਆਪਾਂ ਸਪਲੀਮੈਂਟ ਦੇਣਾ ਜ਼ਰੂਰੀ ਹੁੰਦਾ ਜਾਂ ਨਹੀਂ ਹੁੰਦਾ? ਜਿਵੇਂ ਪੁਰਾਣੇ ਸਮੇਂ 'ਚ ਆਪਾਂ ਦੇਖਦੇ ਸੀ ਕਿ ਆਪਣੇ ਕੋਲ ਬਰੀਡ ਹੀ ਜਿਹੜੀ ਆ 5 6 10 ਲੀਟਰ ਤੱਕ ਸੀਗੀ, ਤੇ ਉਹਦੀ ਬਹੁਤ ਸਾਰੀ ਰਿਕੁਆਇਰਮੈਂਟ ਜਿਹੜੀ ਹੈ ਪੱਠੇ ਦੇ ਵਿੱਚ ਜਾਂ ਦਾਣੇ ਦੇ ਵਿੱਚ ਜਿਹੜੀ ਪੂਰੀ ਹੋ ਜਾਂਦੀ ਸੀ। ਜਾਂ ਪੁਰਾਣੇ ਸਮੇਂ ਤੁਸੀਂ ਦੇਖਦੇ ਹੋਗੇ ਅਸੀਂ ਪਸ਼ੂ ਨੂੰ ਚਾਰਨ ਜਾਂਦੇ ਸੀ, ਤੇ ਉਹਦੇ ਵਿੱਚ ਵੀ ਕਾਫੀ ਕੁਝ ਬਾਹਰ ਦੀ ਜੜੀਆਂ ਬੂਟੀਆਂ ਖਾ ਕੇ ਆਪਦੀ ਰਿਕੁਆਇਰਮੈਂਟ ਪੂਰੀ ਕਰ ਲੈਂਦੇ ਸੀ। ਪਰ ਅੱਜ ਦੇ ਸਮੇਂ ਜਿਵੇਂ ਜਿੱਥੇ ਕਿ ਆਪਣੀ ਬਰੀਡ ਇੰਨੀ ਜ਼ਿਆਦਾ ਬਰੀਡ 'ਚ ਸੁਧਾਰ ਹੋ ਗਿਆ, ਤੁਸੀਂ ਦੇਖੋਗੇ ਕਿ ਹਰ ਘਰੇ ਹੀ ਘੱਟੋ ਘੱਟ 25 30 ਲੀਟਰ ਵਾਲੀ ਗਾਂ ਅੱਜ ਖੜੀ ਹੈ। ਤੇ ਉਹਦੀ ਰਿਕੁਆਇਰਮੈਂਟ ਕਈ ਵਾਰੀ ਫੀਡ ਦੇ ਨਾਲ ਤੇ ਪੱਠੇ ਨਾਲ ਖਾਸ ਕਰ ਤੱਤਾਂ ਦੀ ਰਿਕੁਆਇਰਮੈਂਟ ਜਿਹੜੀ ਹੈ ਪੂਰੀ ਨਹੀਂ ਹੋ ਜਾਂਦੀ, ਖਣਿਜਾਂ ਦੀ ਰਿਕੁਆਇਰਮੈਂਟ ਜਿਹਦੇ ਵਿੱਚ ਕਿ ਕੈਲਸ਼ੀਅਮ, ਫਾਸਫੋਰਸ, ਜ਼ਿੰਕ, ਕਾਪਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਜਾਂਦੀਆਂ। ਇਸ ਕਰਕੇ ਆਪਾਂ ਨੂੰ ਬਾਹਰ ਤੋਂ ਕਈ ਵਾਰੀ ਕੁਛ ਨਾ ਕੁਛ ਸਪਲੀਮੈਂਟੇਸ਼ਨ, ਕੁਛ ਨਾ ਕੁਛ ਪਾਊਡਰ ਆਪਾਂ ਨੂੰ ਚਾਰਨੇ ਪੈਂਦੇ ਆ। ਉਹਦਾ ਕਾਰਨ ਕੀ ਹੈ ਕਿ ਸਾਰੀ ਚੀਜ਼ਾਂ ਹੋਣ ਦੇ ਬਾਵਜੂਦ ਵੀ 2-3 ਦਿੱਕਤਾਂ ਜਿਹੜੀਆਂ ਆਪਣੇ ਫਾਰਮ 'ਤੇ ਜਿਹੜੀਆਂ ਫਾਰਮਰ ਨੂੰ ਕਾਫੀ ਤੰਗ ਕਰਦੀਆਂ, ਉਹ ਹੈ ਜਿਵੇਂ ਰਿਪੀਟ ਬਰੀਡਿੰਗ ਦੀ ਸਮੱਸਿਆ, ਠਹਿਰਨੇ ਦੀ ਸਮੱਸਿਆ, ਥਨੀਲਾ ਰੋਗ ਦੀ ਸਮੱਸਿਆ ਜਾਂ ਲੰਗੜੇਪਣ ਦੀ ਸਮੱਸਿਆ। ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਮੋਸਟਲੀ ਨਿਊਟ੍ਰੀਸ਼ਨ ਮਤਲਬ ਖਣਿਜਾਂ ਦੇ ਨਾਲ ਤੇ ਕੁਛ ਨਾ ਕੁਛ ਮੈਨੇਜਮੈਂਟ ਦੇ ਨਾਲ ਜੁੜੀਆਂ ਹੋਈਆਂ। ਇਸ ਕਰਕੇ ਅਲੱਗ ਤੋਂ ਆਪਾਂ ਕੁਛ ਨਾ ਕੁਛ ਸਪਲੀਮੈਂਟੇਸ਼ਨ ਜਿਹੜੀ ਦੇਣੀ ਜਿਹੜੀ ਆਪਣੇ ਵੱਧ ਦੁੱਧ ਵਾਲੇ ਪਸ਼ੂਆਂ ਲਈ ਜ਼ਰੂਰੀ ਹੋ ਜਾਂਦੀ ਹੈ। ਉਹਦੇ ਵਿੱਚ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਐਡ ਕਰੂੰਗਾ ਕਿ ਉਹਦੀ ਸਿਲੈਕਸ਼ਨ ਵੇਲੇ ਵੀ, ਸਪਲੀਮੈਂਟ ਦੀ ਸਿਲੈਕਸ਼ਨ ਵੇਲੇ ਵੀ ਤੁਹਾਨੂੰ ਕੁਛ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਜਿਵੇਂ ਮਿਨਰਲ ਮਿਕਸਚਰ ਹੀ ਹੋ ਗਿਆ ਜਾਂ ਪਾਊਡਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਕਾਫੀ ਪ੍ਰਕਾਰ ਦੇ ਮਿਨਰਲ ਜਿਹੜੇ ਆ ਪਾਊਡਰ ਜਿਹੜੇ ਆ ਮਾਰਕੀਟ 'ਚ ਅਵੇਲੇਬਲ ਹੈ। ਉਹਦੇ ਵਿੱਚ ਤੁਸੀਂ ਦੇਖੋ ਕਿ ਉਹਦੇ ਵਿੱਚ ਜਿਹੜੇ ਤੱਤਾਂ ਦੀ ਕੁਆਂਟੀਟੀ ਹੈ, ਕੰਪੋਜੀਸ਼ਨ ਦੇਖੋ ਕਿ ਇਹਦੇ 'ਚ ਚੰਗੀ ਹੈ। ਨਾਲ ਕਿਸ ਫਾਰਮ 'ਚ ਹੈ, ਆਰਗੈਨਿਕ ਹੈ ਕਿ ਇਨਆਰਗੈਨਿਕ ਹੈ। ਕੋਸ਼ਿਸ਼ ਕਰੋ ਕਿ ਐਸਾ ਮਿਨਰਲ ਹੀ ਪਾਓ ਜਿਹੜਾ ਆਰਗੈਨਿਕ ਫਾਰਮ 'ਚ ਹੋਵੇ, ਤਾਂ ਕਿ ਪਸ਼ੂ 'ਚ ਜਿਹੜੀਆਂ ਪ੍ਰੋਬਲਮ ਹੋਣ ਦੀ ਸਮੱਸਿਆਵਾਂ ਜਿਹੜੀਆਂ ਉਹ ਘੱਟ ਹੋ ਸਕਣ। ਇਸੇ ਤਰ੍ਹਾਂ ਕੁਛ ਹੋਰ ਅਲੱਗ ਬਿਮਾਰੀਆਂ ਜਿਵੇਂ ਥਨੀਲਾ ਰੋਗ ਲਈ ਅਲੱਗ ਤੋਂ ਪ੍ਰੋਡਕਟ ਆਉਂਦੇ ਆ, ਉਹ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਤਾਂ ਕਿ ਇਹਦਾ ਕਹਿਣ ਦਾ ਮਕਸਦ ਇਹੀ ਹੈ ਕਿ ਓਵਰਆਲ ਸਾਨੂੰ ਆਪਣੀ ਡੇਅਰੀ ਫਾਰਮਿੰਗ ਦੇ ਵਿੱਚ ਫਾਇਦਾ ਹੀ ਹੋਵੇ, ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਬਿਲਕੁਲ ਡਾਕਟਰ ਸਾਹਿਬ ਤੇ ਤੁਹਾਨੂੰ ਜਾਣਕਾਰੀ ਦੇ ਰਹੇ ਨੇ। ਹੁਣ ਗੱਲਾਂ ਦਾ ਧਿਆਨ ਤੁਸੀਂ ਰੱਖਣਾ ਹੈ ਤਾਂ ਕਿ ਤੁਹਾਨੂੰ ਬਿਹਤਰ ਦੁੱਧ ਮਿਲ ਸਕੇ ਤੇ ਬਿਹਤਰ ਸਵਾਸਥ ਮਿਲ ਸਕੇ। ਤੇ ਇੱਥੇ ਵੇਲਾ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਿੱਥੇ ਇੱਕ ਅਗਾਂਹਵਧੂ ਪਸ਼ੂ ਪਾਲਕ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਉੱਥੇ ਅੱਜ ਦਾ ਸਵਾਲ ਵੀ ਹੋਵੇਗਾ, ਜਿਸ ਦਾ ਜਵਾਬ ਦੇ ਕੇ ਤੁਸੀਂ ਜਿੱਤ ਸਕਦੇ ਹੋ ਅਸੀਸ ਵੱਲੋਂ ਇੱਕ ਸ਼ਾਨਦਾਰ ਗਿਫਟ ਹੈਂਪਰ। ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2। ਤੇ ਅਗਾਂਹਵਧੂ ਪਸ਼ੂ ਪਾਲਕ ਕੌਣ ਹੁੰਦਾ, ਜੋ ਆਪਣੀ ਅਗਾਂਹਵਧੂ ਸੋਚ ਦੇ ਨਾਲ ਨਾ ਸਿਰਫ ਆਪ ਅੱਗੇ ਵੱਧਦਾ ਬਲਕਿ ਬਾਕੀਆਂ ਲਈ ਵੀ ਚਾਨਣ ਮੁਨਾਰਾ ਬਣਦਾ ਹੈ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਮੈਂ ਬਲਜੀਤ ਸਿੰਘ, ਪਿੰਡ ਬੈੜਵਾਲ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ। ਮੈਂ ਪਿਛਲੇ ਲੰਮੇ ਸਮੇਂ ਤੋਂ ਪਿੰਡ ਬੈੜਵਾਲ ਵਿੱਚ ਸੰਧੂ ਡੇਅਰੀ ਫਾਰਮ ਦੇ ਨਾਂ 'ਤੇ ਡੇਅਰੀ ਫਾਰਮ ਦਾ ਧੰਦਾ ਕਰ ਰਿਹਾ ਹਾਂ। ਇਸ ਵੇਲੇ ਮੇਰੇ ਕੋਲ 60 ਤੋਂ 70 HF ਨਸਲ ਦੀਆਂ ਗਾਵਾਂ ਹਨ। ਇਸ ਵੇਲੇ ਮੈਂ ਆਪਣੇ ਫਾਰਮ 'ਤੇ 2014 ਤੋਂ ਅਸੀਸ ਕੰਪਨੀ ਦੀ ਅਸੀਸ ਪਸ਼ੂ ਖੁਰਾਕ ਵਰਤ ਰਿਹਾ ਹਾਂ। ਇਸ ਵੇਲੇ ਮੇਰੇ ਫਾਰਮ ਦੇ ਜਿਹੜੇ ਪਸ਼ੂ ਨੇ ਬਿਲਕੁਲ ਤੰਦਰੁਸਤ ਨੇ ਤੇ ਸਾਲੋ ਸਾਲ ਬੱਚਾ ਪੈਦਾ ਕਰਦੇ ਨੇ ਤੇ ਉੱਚ ਕੁਆਲਿਟੀ ਦਾ ਦੁੱਧ ਦੇ ਰਹੇ ਨੇ। ਮੈਂ ਇਹ ਫੀਡ ਪਾਉਣ ਤੇ ਬਿਲਕੁਲ ਸੰਤੁਸ਼ਟ ਹਾਂ। ਅਸੀਸ ਫੀਡ, ਬਿਹਤਰ ਦੁੱਧ, ਬਿਹਤਰ ਸਵਾਸਥ ਸਾਲੋ ਸਾਲ। ਇਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉੱਤੇ ਮੁੜ ਤੋਂ ਇੱਕ ਵਾਰ ਝਾਤ ਪਾਉਂਦੇ ਹਾਂ। ਇਹਨਾਂ ਮੁੱਖ ਪੁਆਇੰਟਸ ਦਾ ਵੀ ਤੁਸੀਂ ਜ਼ਰੂਰ ਰੱਖਿਓ ਧਿਆਨ। ਤੇ ਨਾਲ ਹੀ ਜੋ ਅੱਜ ਦਾ ਸਵਾਲ ਹੈ, ਜਿਸ ਦਾ ਜਵਾਬ ਦੇ ਕੇ
ਤੁਸੀਂ ਜਿੱਤ ਸਕਦੇ ਹੋ ਅਸੀਸ ਵੱਲੋਂ ਇੱਕ ਸ਼ਾਨਦਾਰ ਗਿਫਟ ਹੈਂਪਰ। ਉਹ ਹੈ ਕਿ ਗਾਵਾਂ ਨੂੰ 1 ਕਿਲੋ ਦੁੱਧ ਪਿੱਛੇ ਕਿੰਨੀ ਫੀਡ ਦੇਣੀ ਚਾਹੀਦੀ ਹੈ। ਗਾਵਾਂ ਨੂੰ 1 ਕਿਲੋ ਦੁੱਧ ਪਿੱਛੇ ਕਿੰਨੀ ਫੀਡ ਦੇਣੀ ਚਾਹੀਦੀ ਹੈ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 8699037369, ਇਸ ਉੱਤੇ ਤੁਸੀਂ WhatsApp ਕਰਕੇ ਆਪਣਾ ਜਵਾਬ ਭੇਜਣਾ ਹੈ ਤੇ ਤੁਸੀਂ ਜਿੱਤ ਸਕਦੇ ਹੋ ਅਸੀਸ ਵੱਲੋਂ ਇੱਕ ਸ਼ਾਨਦਾਰ ਗਿਫਟ ਹੈਂਪਰ। ਤੇ ਨਾਲ ਹੀ ਜੋ ਪਿਛਲੇ ਹਫਤੇ ਦੇ ਸਾਡੇ ਵਿਨਰ ਸੀ ਉਹਨਾਂ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅੱਜ ਦੇ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2 ਦੇ ਇਸ ਐਪੀਸੋਡ ਵਿੱਚ ਇੰਨਾ ਹੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ। ਤੇ ਆਪਣਾ ਤੇ ਆਪਣੇ ਪਸ਼ੂਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਓ। ਤੇ ਇਹ ਜੋ ਨੰਬਰ ਤੁਹਾਡੇ ਸਕਰੀਨ ਤੇ ਆ ਰਿਹਾ ਜੋ ਕਿ ਹੈ 8699037369, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ। ਦਿਓ ਇਜਾਜ਼ਤ, ਰੱਬ ਰਾਖਾ।